ਸਿਵਲ ਹਸਪੀਟਲ ਵਾਲਿਆਂ ਨੇ ਮੇਰਾ ਡੋਪ ਟੈਸਟ ਕੀਤਾ, ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਉਹਨਾਂ ਨੇ ਮੈਨੂੰ ਮੋਰਫਿਨ ਪੋਜ਼ਿਟਿਵ ਘੋਸ਼ਿਤ ਕਰ ਦਿੱਤਾ ਤੇ ਮੈਨੂੰ ਇੱਕ ਉਹਨਾਂ ਨੇ ਅਫੀਮ ਜੀ ਘੋਸ਼ਿਤ ਕਰ ਦਿੱਤਾ। ਸਾਡੇ ਘਰ 'ਚ ਕਦੀ ਕਿਸੇ ਸਤਪੁਸ਼ਟਾ ਨੇ ਕਦੀ ਆਂਡਾ ਵੀ ਨਹੀਂ ਖਾਧਾ ਹੈ ਤੇ ਮੈਨੂੰ ਮੋਰਫਿਨ ਦਾ ਇੱਕ ਅਫੀਮ ਜੀ ਘੋਸ਼ਿਤ ਕਰ ਦਿੱਤਾ ਗਿਆ। ਉੱਥੇ ਪੈਸੇ ਦੇਣੇ ਹੀ ਪੈਂਦੇ ਨੇ ਕਿਉਂਕਿ ਤੁਸੀਂ ਆਪਣੀ ਰਿਪੋਰਟ ਪੋਜ਼ਿਟਿਵ ਨਹੀਂ ਨੈਗੇਟਿਵ ਲੈਣੀ ਸੀ, ਤੁਸੀਂ ਪੈਸੇ ਦਿੱਤੇ ਨਹੀਂ, ਇਸ ਕਰਕੇ ਉਹਨਾਂ ਨੇ ਤੁਹਾਡੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਬਣਾ ਕੇ ਦਿੱਤੀ। ਬਾਕੀ ਨਾ ਗਰਗ ਸਾਹਿਬ ਦੀ ਲੈਬੋਰਟਰੀ ਜਿਹੜੀ ਆ ਉਹ ਬਾਹਰ ਵੀ ਆ ਕਿ ਪੇਸ਼ੈਂਟ ਨੂੰ ਅਗਰ ਇੱਥੇ ਗਲਤ ਕਰਕੇ ਰਿਪੋਰਟ ਤੁਸੀਂ ਦੇ ਦਿੱਤੀ ਤਾਂ ਪੇਸ਼ੈਂਟ ਦੀ ਸੁਣਵਾਈ ਨਹੀਂ ਕਰਦੇ, ਪੇਸ਼ੈਂਟ ਦੀ ਗੱਲ ਨਹੀਂ ਸੁਣਦੇ ਤੇ ਪੇਸ਼ੈਂਟ ਨੂੰ ਕਹਿੰਦੇ ਆ ਕਿ ਤੁਸੀਂ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਵਾਸਤੇ। मैं तो एक मजाक का पात्र बन के रह गया कि यार तू कुछ खाना पींदा नहीं, तेरी पॉजिटिव निकल आई, दसो मेरा तो एक मन होया कि मैं सुसाइड कर लवां। ਤੇ ਮੈਂ ਸਿਵਲ ਹਸਪਤਾਲ ਨੂੰ ਲਾਂਤ ਪਾਉਂਦਾ ਵਾਂ, ਦੁਰ ਫਿੱਟੇ ਲਾਂਤ ਇਹੋ ਜਿਹੇ ਆਪਣਾ CMO ਦੇ SMO ਦੇ। ਜੇ SMO CMO ਧਿਆਨ ਦੇਣ ਤੇ ਡਾਕਟਰ ਗਰਗ ਦੀ ਕੀ ਜ਼ਰੂਰਤ ਵਾ ਕਿ ਇੱਦਾਂ ਦੀ ਗਲਤ ਰਿਪੋਰਟ ਦੇਵੇ। ਉਸ ਡਾਕਟਰ ਦੇ ਉੱਤੇ ਜਾਂ ਤੁਹਾਨੂੰ ਸਸਪੈਂਡ ਕੀਤਾ ਜਾਵੇ ਔਰ ਉੱਤੇ ਕਾਰਵਾਈ ਕੀਤੀ ਜਾਵੇ। पूरी तरह इंक्वायरी करूँगा, इतना बिल्कुल नहीं होना चाहिए। इतने दोबारा रिपोर्ट करा देंगे, कोई गल नहीं, ये फीस की ਆਪਾਂ ਲੋੜ नहीं हैगी। ਸੋ ਇਹਦੇ ਤੇ ਡਿਊ ਐਕਸ਼ਨ ਜਿਹੜਾ ਐਡਮਿਨਿਸਟ੍ਰੇਟਿਵਲੀ ਜੋ ਲੈਣਾ ਹੁੰਦਾ ਉਹ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਲਿਆ ਜਾਏਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਮੜੀ ਆਪ ਸਭ ਦਾ ਸਵਾਗਤ ਕਰਦਾ ਹਾਂ ਐਕਟ 19 ਨਿਊਜ਼ TV ਦੇ ਵਿੱਚ। ਔਰ ਰੱਬ ਤੋਂ ਬਾਅਦ ਡਾਕਟਰ ਨੂੰ ਦੂਜਾ ਨਾਮ ਦਿੱਤਾ ਗਿਆ ਹੈ। ਔਰ ਜਦੋਂ ਕੋਈ ਬੰਦਾ ਆਪਣੀ ਆਸ ਵਿੱਚ ਜਾਂਦਾ ਹੈ ਡਾਕਟਰ ਕੋਲ ਸਹੀ ਹੋਣ ਲਈ ਜਾਂ ਕੋਈ ਕੰਮ ਕਰਾਉਣ ਲਈ, ਕੋਈ ਚੈੱਕਅਪ ਕਰਾਉਣ ਲਈ, ਪਰ ਉਹੀ ਡਾਕਟਰ ਜਦੋਂ ਉਹਨੂੰ ਅਫੀਮਚੀ ਘੋਸ਼ਿਤ ਕਰ ਦੇਵੇ, ਜਿਸ ਨੇ ਕਦੀ ਆਂਡਾ ਤੱਕ ਨਹੀਂ ਖਾਧਾ ਹੋਵੇ, ਕੋਈ ਨਸ਼ਾ ਤੱਕ ਨਾ ਕੀਤਾ ਹੋਵੇ, ਉਹ 'ਤੇ ਕੀ ਬੀਤੂਗੀ, ਉਹਦੇ ਮਾਨਸਿਕ ਸਥਿਤੀ ਕੀ ਹੋਊਗੀ। ਅੱਜ ਦੀ ਇਹੀ ਤਾਜ਼ਾ ਮਿਸਾਲ ਅਸੀਂ ਇਸ ਕੇਸ 'ਚ ਦਿਖਾਵਾਂਗੇ। ਪਰ ਜ਼ਿਕਰਯੋਗ ਹੈ ਕਿ ਲੋਕਾਂ ਦਾ ਜੋ ਕਹਿਣਾ ਹੈ ਕਿ ਕਪੂਰਥਲਾ ਸਿਵਲ ਹਸਪੀਟਲ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਪਰਿਵਾਰਵਾਦ ਵਾਲੀ ਡਾਕਟਰੀ ਚੱਲ ਰਹੀ ਆ। ਦਾਦਾ, ਫਾਦਰ, ਅੱਗੋਂ ਦੀ ਔਲਾਦ ਇੱਥੇ ਡਾਕਟਰੀ ਕਰ ਰਹੇ ਨੇ, ਕੋਈ ਟਰਾਂਸਫਰ ਨਹੀਂ ਹੋ ਰਹੀ ਔਰ ਇਹਨਾਂ ਦੇ ਬਾਹਰ ਵੀ ਕੰਮ ਪ੍ਰਾਈਵੇਟ ਚੱਲ ਰਹੇ ਨੇ, ਜਿਸ ਨਾਲ ਕਿ ਬਹੁਤ ਪਰੇਸ਼ਾਨੀ ਹੋ ਰਹੀ ਆ। ਔਰ ਬੜੀ ਵੱਡੀ ਦੀ ਗੱਲ ਹੈ ਕਿ ਇਹ ਸਾਰੇ ਆਪਣੀ ਮਨਮਰਜ਼ੀ ਕਰ ਰਹੇ ਨੇ ਆਪਣੇ ਤਰੀਕੇ ਨਾਲ, ਜਿੱਦਾਂ ਕਿ ਇਸ ਕੇਸ ਦੇ ਵਿੱਚ। ਆਓ ਦੇਖਦੇ ਹਾਂ। ਇਸ ਟਾਈਮ ਮੈਂ ਉਹ ਸ਼ਖਸੀਅਤ ਨਾਲ ਖੜਾ ਹਾਂ ਜਿਸ ਨੂੰ ਅਫੀਮਚੀ ਘੋਸ਼ਿਤ ਕਰ ਦਿੱਤਾ ਗਿਆ ਸਿਵਲ ਹਸਪੀਟਲ ਕਪੂਰਥਲਾ ਵੱਲੋਂ। ਔਰ ਗੱਲ ਕਰਦੇ ਉਹਨਾਂ ਨਾਲ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੈ ਸ਼੍ਰੀ ਰਾਮ ਦੋਸਤੋ। ਮੇਰਾ ਨਾਮ ਅਨਿਲ ਸ਼ੁਕਲਾ ਹੈ ਜੀ। ਮੈਂ ਸ਼ਿਵ ਸੈਨਾ ਹਿੰਦ ਦਾ ਰਾਸ਼ਟਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਵਪਾਰ ਆਪਣੇ ਸੈੱਲ ਵੱਲੋਂ। ਮੈਂ ਪਿਛਲੇ ਦਿਨੇ ਭਾਜੀ ਆਪਣੇ ਸਿਵਲ ਹਸਪੀਟਲ ਗਿਆ ਤੇ ਸਿਵਲ ਹਸਪੀਟਲ 'ਚ ਮੈਨੂੰ ਬੜਾ ਇੱਕ ਵਧੀਆ ਚੀਜ਼ ਦੇਖਣ ਨੂੰ ਮਿਲੀ ਕਿ ਇੱਕ ਤਾਂ ਮੈਂ 1500 ਰੁਪਈਆ ਜਮ੍ਹਾਂ ਕਰਾਇਆ ਆਪਣਾ ਡੋਪ ਟੈਸਟ ਕਰਾਉਣ ਵਾਸਤੇ। ਉਹ ਹੋਇਆ ਇੱਦਾਂ ਜੀ ਕਿ ਮੈਂ ਵਾਈਪਲ ਲੈਣਾ ਸੀਗਾ ਆਮ ਰਕਸ਼ਾ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਮੈਂ ਸ਼ਿਵ ਸੈਨਾ ਹਿੰਦ ਦਾ ਰਾਸ਼ਟਰੀ ਵਾਈਸ ਪ੍ਰਧਾਨ ਹਾਂ। ਸਾਨੂੰ ਮੀਟਿੰਗ ਵਾਸਤੇ ਕਿਤੇ ਦੇਰ ਸਵੇਰੇ ਅੰਦਰ ਬਾਹਰ ਜਾਣਾ ਪੈਂਦਾ, ਜਿਹਦੇ ਕਰਕੇ ਮੈਂ ਆਪਣਾ ਆਮ ਲਾਇਸੈਂਸ ਆਪਣਾ ਅਪਲਾਈ ਕੀਤਾ ਸੀਗਾ। ਉਹਦੇ ਮੁਤਾਬਿਕ ਮੈਨੂੰ ਸਰਕਾਰੀ ਹਸਪਤਾਲ ਤੋਂ ਇੱਕ ਡੋਪ ਟੈਸਟ ਕਰਵਾਉਣਾ ਸੀਗਾ। ਉਹ ਮੈਂ 1500 ਰੁਪਏ ਜਮ੍ਹਾਂ ਕਰਾਇਆ ਤੇ ਡੋਪ ਟੈਸਟ ਆਪਣਾ ਕਰਾਉਣ ਮੈਂ ਸਿਵਲ ਹਸਪੀਟਲ ਚਲਾ ਗਿਆ। ਸਿਵਲ ਹਸਪੀਟਲ ਵਾਲਿਆਂ ਨੇ ਮੇਰਾ ਡੋਪ ਟੈਸਟ ਕੀਤਾ, ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਉਹਨਾਂ ਨੇ ਮੈਨੂੰ ਮੋਰਫਿਨ ਪੋਜ਼ਿਟਿਵ ਘੋਸ਼ਿਤ ਕਰ ਦਿੱਤਾ। ਮੋਰਫਿਨ ਦਾ ਮਤਲਬ ਹੁੰਦਾ ਜੀ, ਕੀ ਮਤਲਬ ਹੁੰਦਾ? ਮੋਰਫਿਨ ਦਾ ਮਤਲਬ ਹੁੰਦਾ ਜੀ ਅਫੀਮਚੀ। ਅਫੀਮਚੀ ਦਾ ਮਤਲਬ ਕਿ ਮੈਂ ਰੋਜ਼ ਅਫੀਮ ਖਾਂਦਾ ਜੀ ਤੇ ਮੈਨੂੰ ਇੱਕ ਉਹਨਾਂ ਨੇ ਅਫੀਮਚੀ ਘੋਸ਼ਿਤ ਕਰ ਦਿੱਤਾ। ਜਦੋਂ ਇਹ ਰਿਪੋਰਟ ਮੇਰੇ ਕੋਲ ਆਈ, ਕਿਸ ਡਾਕਟਰ ਨੇ ਕੀਤਾ? ਮੈਨੂੰ ਜਿਹੜੇ ਗਰਗ ਡਾਕਟਰ ਨੇ ਲੈਬੋਰਟਰੀ ਇੰਚਾਰਜ, ਉਹਨਾਂ ਨੇ ਗਰਗ ਜੀ ਨੇ ਕੀਤਾ ਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ। ਲੈਬ ਅਸਿਸਟੈਂਟ ਨੇ ਜਦੋਂ ਮੈਨੂੰ ਇਹ ਰਿਪੋਰਟ ਦਿੱਤੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ। ਉਹਨਾਂ ਨੇ ਪਹਿਲਾਂ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਕਿ ਧਵਨ ਜੀ ਮੇਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਅਸੀਂ ਸ਼ੁੱਧ ਵੈਸ਼ਨੂ ਆ। ਅਫੀਮ ਤਾਂ ਬੜੀ ਦੂਰ ਦੀ ਗੱਲ ਹੈ, ਸਾਡੇ ਘਰ 'ਚ ਕਦੀ ਕਿਸੇ ਸਤਪੁਸ਼ਟਾ ਨੇ ਕਦੀ ਆਂਡਾ ਵੀ ਨਹੀਂ ਖਾਧਾ ਹੈ ਤੇ ਮੈਨੂੰ ਮੋਰਫਿਨ ਦਾ ਇੱਕ ਅਫੀਮਚੀ ਘੋਸ਼ਿਤ ਕਰ ਦਿੱਤਾ ਗਿਆ। ਇਹ ਸਿਵਲ ਹਸਪੀਟਲ ਦੇ ਵਿੱਚ ਹੋ ਕੀ ਰਿਹਾ ਕਿ 1500 ਰੁਪਏ ਦਿਓ ਤੇ ਅਫੀਮਚੀ ਬਣ ਕੇ ਆ ਜਾਓ। ਪਰ ਤੁਹਾਨੂੰ ਕੀ ਵਿਸ਼ਵਾਸ ਹੈ ਕਿ ਤੁਸੀਂ ਜੋ ਵੀ ਹੈ ਸਰਟੀਫਿਕੇਟ ਤੁਹਾਡਾ ਸਹੀ ਹੈ ਗਲਤ ਆ? ਤੁਹਾਨੂੰ ਇਹ ਪੋਜ਼ਿਟਿਵ ਦਿਖਾਇਆ ਗਿਆ ਤੇ ਇਸ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਨੈਗੇਟਿਵ? ਸਰ ਇੱਦਾਂ ਵਾ ਕਿ ਗੱਲ ਰਹੀ ਨੈਗੇਟਿਵ ਤੇ ਪੋਜ਼ਿਟਿਵ ਦੀ।
ਮੇਰੇ ਜਿਹੜੇ ਮੈਨੂੰ ਜਾਣਨ ਵਾਲੇ ਆ, ਜਿਹੜੇ ਵੀ ਮੇਰੇ ਜਾਣਕਾਰ ਨੇ, ਅੱਜ 37 ਈਅਰ ਦੀ ਮੇਰੀ ਏਜ ਆ, 37 ਸਾਲ 'ਚ ਉਹ ਤੁਹਾਨੂੰ ਸਾਰੇ ਗਵਾਹੀ ਦੇ ਦੇਣਗੇ ਇਸ ਚੀਜ਼ ਦੀ ਕਿ ਮੈਂ ਕਦੀ ਜ਼ਿੰਦਗੀ ਦੇ ਵਿੱਚ ਅਫੀਮ ਤਾਂ ਬੜੀ ਦੂਰ ਦੀ ਗੱਲ, ਕਦੀ ਆਂਡਾ ਵੀ ਨਹੀਂ ਖਾਧਾ। ਲੇਕਿਨ ਫਿਰ ਵੀ ਹਰ ਬੰਦਾ ਮੰਗਦਾ ਪ੍ਰੂਫ ਵਾਸਤੇ ਮੈਂ ਸੈਕਿੰਡ ਡੇ ਡਾਕਟਰ ਲਾਲ ਪਥ ਲੈਬ ਸੇਮ, ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ, ਮੈਨੂੰ ਚੈਨ ਨਹੀਂ ਆ ਰਿਹਾ ਸੀ, ਮੈਂ ਪਾਗਲ ਹੋਇਆ ਪਿਆ ਸੀਗਾ, ਮੇਰਾ ਬੀਪੀ ਬਹੁਤ ਜ਼ਿਆਦਾ ਸ਼ੂਟ ਕਰ ਗਿਆ। ਲੇਕਿਨ ਫਿਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਡਾਕਟਰ ਲਾਲ ਪਥ ਲੈਬ ਦੇ ਵਿੱਚ ਮੈਂ ਗਿਆ। ਉੱਥੇ ਜਾ ਕੇ ਮੈਂ ਆਪਣਾ ਯੂਰਿਨ ਸੈਂਪਲ ਦਿੱਤਾ ਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਸਰ ਇਦਾਂ ਮੇਰੀ ਰਿਪੋਰਟ ਆ ਪੋਜ਼ਿਟਿਵ ਆਈ ਆ ਸਿਵਲ ਹਸਪੀਟਲ ਦੇ ਵਿੱਚ, ਇਹ ਕਿੱਦਾਂ ਹੋ ਸਕਦਾ ਵਾ? ਉਹ ਕਹਿੰਦੇ ਜੀ ਅਗਰ ਤੁਹਾਡੀ ਅੱਜ 10 ਤਰੀਕ ਨੂੰ, ਇਹ 10 ਤਰੀਕ ਦੀ ਮੈਨੂੰ ਪੋਜ਼ਿਟਿਵ ਘੋਸ਼ਿਤ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ ਡੇਟ ਵੀ, 10 ਤਰੀਕ ਨੂੰ ਮੇਰੀ ਰਿਪੋਰਟ ਪੋਜ਼ਿਟਿਵ ਆਈ ਤੇ ਉਹ ਕਹਿੰਦੇ 3 ਦਿਨ ਤੱਕ, ਅਗਰ ਤੁਸੀਂ ਅੱਜ ਪੋਜ਼ਿਟਿਵ ਹੋ ਤਾਂ 3 ਦਿਨ ਤੱਕ ਤੁਹਾਡੇ ਯੂਰਿਨ ਦੇ ਵਿੱਚ ਅਫੀਮ ਦਾ ਅਸਰ ਹੋਏਗਾ, ਕਿਉਂਕਿ ਇਹਨਾਂ ਦੇ ਮੁਤਾਬਿਕ ਮੈਂ ਅਫੀਮ 'ਚ ਹੀ ਬਣ ਚੁੱਕਾ ਸੀਗਾ। ਮੈਂ ਆਪਣਾ ਉਸੇ ਟਾਈਮ 11 ਤਰੀਕ ਨੂੰ ਆਪਣਾ ਯੂਰਿਨ ਸੈਂਪਲ ਉਹਨਾਂ ਨੂੰ ਦਿੱਤਾ ਤੇ ਅੱਜ ਦਿਨ ਸੋਮਵਾਰ 14 ਤਰੀਕ ਨੂੰ ਮੈਨੂੰ ਇਹ ਰਿਪੋਰਟ ਲਾਲ ਪਥ ਵਾਲਿਆਂ ਨੇ ਦਿੱਤੀ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਰੇਆਮ ਨੈਗੇਟਿਵ ਲਿਖਿਆ ਹੋਇਆ ਹੈ। ਤੇ ਸਿਵਲ ਹਸਪੀਟਲ ਦੇ ਵਿੱਚ ਇੱਕ ਗੋਰਖ ਧੰਦਾ ਚੱਲ ਰਿਹਾ ਹੈ ਕਿ ਪਹਿਲਾਂ ਅੱਛੇ ਭਲੇ ਇਨਸਾਨ ਨੂੰ ਪੋਜ਼ਿਟਿਵ ਕਰਾਰ ਦਿੱਤਾ ਜਾਂਦਾ, ਫਿਰ ਬਾਅਦ ਵਿੱਚ ਪੈਸੇ ਲੈ ਕੇ, ਜੋ ਲੋਕ ਕਹਿੰਦੇ ਨੇ, ਮੈਂ ਨਹੀਂ ਕਹਿੰਦਾ, ਜੋ ਲੋਕ ਕਹਿੰਦੇ ਨੇ ਸਾਰੇ ਸੰਸਾਰ 'ਚ ਮੈਂ ਪੁੱਛਿਆ, ਮੈਨੂੰ ਲੋਕਾਂ ਨੇ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਸਰਕਾਰੀ ਹਸਪਤਾਲ ਉਹਨਾਂ ਨੂੰ ਗਰਗ ਸਾਹਿਬ ਨੂੰ ਪੈਸੇ ਦੇ ਦਿੰਦੇ ਤੇ ਤੁਹਾਡੀ ਰਿਪੋਰਟ ਜਿਹੜੀ ਨੈਗੇਟਿਵ ਮਿਲ ਕੇ ਤੁਹਾਨੂੰ ਕੋਲ ਆ ਜਾਣੀ ਸੀ। ਤੇ ਮੈਂ ਕਿਹਾ ਯਾਰ ਮੈਂ ਤਾਂ ਕੁਝ ਖਾਂਦਾ ਪੀਂਦਾ ਹੀ ਨਹੀਂ। ਕਹਿੰਦੇ ਪਰ ਨਹੀਂ, ਉੱਥੇ ਪੈਸੇ ਦੇਣੇ ਹੀ ਪੈਂਦੇ ਨੇ ਕਿਉਂਕਿ ਤੁਸੀਂ ਆਪਣੀ ਰਿਪੋਰਟ ਪੋਜ਼ਿਟਿਵ ਨਹੀਂ ਨੈਗੇਟਿਵ ਲੈਣੀ ਸੀ, ਤੁਸੀਂ ਪੈਸੇ ਦਿੱਤੇ ਨਹੀਂ, ਇਸ ਕਰਕੇ ਉਹਨਾਂ ਨੇ ਤੁਹਾਡੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਬਣਾ ਕੇ ਦਿੱਤੀ। ਬਾਕੀ ਨਾ ਗਰਗ ਸਾਹਿਬ ਦੀ ਲੈਬੋਰਟਰੀ ਜਿਹੜੀ ਆ ਉਹ ਬਾਹਰ ਵੀ ਆ। ਕਿੱਥੇ ਆ? ਇਸ ਆਪਣੇ ਤੁਸੀਂ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਗਰਗ ਮੈਡੀਕਲ ਸਟੋਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ, ਸਟੇਟ ਗੁਰਦੁਆਰਾ ਦੇ ਸਾਹਮਣੇ ਗਰਗ ਲੈਬੋਰਟਰੀ ਵੀ ਆ। ਕੀ ਪ੍ਰੂਫ ਹੋਰ? ਸਰ ਪ੍ਰੂਫ ਤੁਸੀਂ ਜਾ ਕੇ ਦੇਖੋ ਤੇ ਬੋਰਡ ਲੱਗੇ ਹੋਏ ਆ। ਗਰਗ ਤਾਂ ਕਾਫੀ ਹੈਗੇ ਆ ਸਰ ਗਰਗ ਉਹਨਾਂ ਦੀ ਆ ਕਿਉਂਕਿ ਉਹਨਾਂ ਦੇ ਰਿਲੇਸ਼ਨ ਨੇ, ਰਿਸ਼ਤੇਦਾਰ ਨੇ, ਮੈਡੀਕਲ ਸਟੋਰ ਵਾਲੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ। ਉਹ ਗਰਗ ਸਾਹਿਬ ਉੱਥੇ ਬੈਠਦੇ ਉੱਠਦੇ ਨੇ ਸਵੇਰੇ ਸ਼ਾਮ, ਉਹਨਾਂ ਨੂੰ ਮੈਂ ਉੱਥੇ ਕਈ ਵਾਰੀ ਜਾਣਿਆ। ਤੁਸੀਂ ਮੈਨੂੰ ਕੀ ਸ਼ਹਿਰ ਦੇ ਕਿਸੇ ਬੰਦੇ ਨੂੰ ਜਾ ਕੇ ਪੁੱਛੋ ਕਹੋਗੇ ਰਿਪੋਰਟਰੀ ਕਿਹਦੀ ਆ? ਉਹ ਨਾਮ ਕਿਸੇ ਦਾ ਜਦੋਂ ਮਰਜ਼ੀ ਰੱਖ ਕੇ ਕਰੀ ਜਾਣ, ਲੇਕਿਨ ਲੈਬੋਰਟਰੀ ਐਕਚੁਅਲ 'ਚ ਉਹਨਾਂ ਦੀ ਆ। ਤੇ ਇਹ ਜਿਹੜਾ ਗਲਤ ਕੰਮ ਕਰ ਰਹੇ, ਫਿਰ ਉਹਨਾਂ ਦਾ ਐਟੀਟਿਊਡ ਤੁਸੀਂ ਦੇਖੋ ਕਿ ਪੇਸ਼ੈਂਟ ਨੂੰ ਅਗਰ ਇੱਥੇ ਗਲਤ ਅਗਰ ਰਿਪੋਰਟ ਤੁਸੀਂ ਦੇ ਦਿੱਤੀ ਤਾਂ ਪੇਸ਼ੈਂਟ ਦੀ ਸੁਣਵਾਈ ਨਹੀਂ ਕਰਦੇ, ਪੇਸ਼ੈਂਟ ਦੀ ਗੱਲ ਨਹੀਂ ਸੁਣਦੇ ਤੇ ਪੇਸ਼ੈਂਟ ਨੂੰ ਕਹਿੰਦੇ ਆ ਕਿ ਤੁਸੀਂ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਵਾਸਤੇ। ਤੇ ਦੱਸੋ ਮੈਂ ਸਿਵਲ ਹਸਪੀਟਲ ਦੇ ਵਿੱਚ ਜਾਂਦਾ, ਮੈਂ ਇੱਕ ਪਦਾਧਿਕਾਰੀ ਹਾਂ ਸ਼ਿਵ ਸੈਨਾ ਹਿੰਦ ਵਰਗੀ ਇੱਕ ਸੰਸਥਾ ਦਾ, ਤੇ ਜੇ ਮੇਰੀ ਗੱਲ ਨਹੀਂ ਸੁਣੀ ਜਾਂਦੀ ਤਾਂ ਮੈਂ ਕਿੱਥੋਂ ਵਿਸ਼ਵਾਸ ਕਰੂੰਗਾ ਸਰਕਾਰੀ ਹਸਪਤਾਲ ਵਿੱਚ ਆਮ ਬੰਦੇ ਦੀ ਗੱਲ ਸੁਣੀ ਜਾਂਦੀ ਆ? ਮੈਂ ਇਹਦੇ ਵਾਸਤੇ ਧਰਨਾ ਵੀ ਲਗਾ ਸਕਦਾ ਸੀ, ਜਾਮ ਵੀ ਕਰ ਸਕਦਾ ਸੀ, ਲੇਕਿਨ ਮੈਂ ਉਮੀਦ ਕਰਦਾ ਹਾਂ ਕਿ ਜਿਹੜੇ ਸਾਡੇ CMO ਸਾਹਿਬ ਨੇ ਉਹ ਇਹਦੇ ਉੱਤੇ ਸਖਤ ਕਾਰਵਾਈ ਕਰਨਗੇ ਤੇ ਜੇ ਅਗਰ ਸਖਤ ਕਾਰਵਾਈ ਨਹੀਂ ਕਰਨਗੇ ਤੇ ਮੈਂ ਆਪਣੀ ਸੰਸਥਾ ਦੇ ਨਾਲ ਮਿਲ ਕੇ ਇਹਦੇ ਲਈ ਪ੍ਰੋਟੈਸਟ ਕਰੂੰਗਾ। ਫਿਰ ਇਹਦੀ ਜ਼ਿੰਮੇਵਾਰੀ ਸਰਕਾਰੀ ਹਸਪਤਾਲ ਦੇ CMO ਸਾਹਿਬ ਦੀ ਹੋਏਗੀ। ਔਰ ਮੈਂਟਲੀ ਫਿਰ ਤੁਸੀਂ ਕਿਸ ਤਰ੍ਹਾਂ ਹੁਣ ਇਸ ਟਾਈਮ ਨਿਕਲ ਰਹੇ ਹੋ ਆਪਣੇ ਦੌਰ 'ਚ? ਸਰ ਮੈਂ 4 ਦਿਨ ਤੋਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ, 4 ਦਿਨ ਤੋਂ ਤੁਸੀਂ ਮੇਰੀ ਸ਼ਕਲ ਦੇਖ ਸਕਦੇ ਹੋ, ਮੇਰੀ ਸ਼ਕਲ ਕੀ ਬਣੀ ਹੋਈ ਆ। ਪਿਛਲੇ 4 ਦਿਨ ਤੋਂ ਜੋ ਵੇਦਨਾ, ਜੋ ਮੈਂਟਲੀ ਆਪਣੇ ਮੈਂ ਝੇਲਿਆ ਵਾ ਪ੍ਰੈਸ਼ਰ, ਉਹ ਜ਼ਿੰਦਗੀ 'ਚ ਕੋਈ ਨਹੀਂ ਝੇਲ ਸਕਦਾ। ਕਿਉਂਕਿ ਮੇਰੇ ਜਿੰਨਾ ਸਰਕਲ ਆ, ਜੋ ਮੇਰੇ ਯਾਰ ਦੋਸਤ ਆ, ਜੋ ਮੇਰਾ ਸਰਕਲ ਆ, ਮੈਂ ਤਾਂ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ ਕਿ ਯਾਰ ਤੂੰ ਕੁਝ ਖਾਂਦਾ ਪੀਂਦਾ ਨਹੀਂ, ਤੇਰੀ ਪੋਜ਼ਿਟਿਵ ਨਿਕਲ ਆਈ ਤੇ ਜਿਹੜੇ ਲੋਕੀ ਖਾਂਦੇ ਪੀਂਦੇ ਉਹਨਾਂ ਦੀ ਨੈਗੇਟਿਵ ਨਿਕਲ ਜਾਈ ਰਿਪੋਰਟ, ਤੇ ਤੇਰਾ ਹੈ ਕੀ ਆ? ਤੂੰ ਕਿਤੇ ਚੋਰੀ ਅਫੀਮ ਤਾਂ ਨਹੀਂ ਖਾਂਦਾ? ਦੱਸੋ ਮੇਰਾ ਤਾਂ ਇੱਕ ਮਨ ਹੋਇਆ ਕਿ ਮੈਂ ਸੁਸਾਈਡ ਕਰ ਲਵਾਂ। ਕਿਉਂਕਿ ਮੇਰੀ ਬਣੀ ਬਣਾਈ ਜਿਹੜੀ ਸਮਾਜ ਦੇ ਵਿੱਚ 25 ਤੋਂ 26 ਸਾਲ ਦੀ ਰੈਪੋ ਸੀ ਉਹ ਮਿੱਟੀ ਕਰਕੇ ਰੱਖ ਦਿੱਤੀ ਗਈ। ਤੁਸੀਂ ਟੈਕਨੀਕਲ ਦਾ ਪ੍ਰੂਫ ਦੇ ਰਹੇ ਹੋ ਕਿ ਹਾਂ ਵੀ ਮੈਂ ਕਦੀ ਵੀ ਨਸ਼ਾ ਨਹੀਂ ਕੀਤਾ, ਪਰ ਕੋਈ ਸਮਾਜਿਕ ਪ੍ਰੂਫ ਵੀ ਹੈ ਤੁਹਾਡੇ ਕੋਲ? ਮੇਰੇ ਵੱਡੇ ਵੀਰ ਜਤਿੰਦਰ ਛਾਬੜਾ ਜੀ ਜੋ ਕਿ ਰਾਸ਼ਟਰੀ ਪ੍ਰਮੁੱਖ ਨੇ ਸ਼ਿਵ ਸੈਨਾ ਹਿੰਦ ਦੇ, ਮੇਰੇ ਵੱਡੇ ਵੀਰ ਜੀਵਨ ਵਾਲੀਆ ਜੀ, ਜੀਵਨ ਪ੍ਰਕਾਸ਼ ਵਾਲੀਆ ਜੀ ਜੋ ਕਿ ਪੰਜਾਬ ਪ੍ਰਮੁੱਖ ਨੇ, ਮੇਰੇ ਵੀਰ ਦੀਪੂ ਜੀ ਜੋ ਕਿ ਯੁਵਾ ਦੇ ਆਪਣੇ ਪੰਜਾਬ ਪ੍ਰਭਾਰੀ ਨੇ, ਆ ਭਾਜੀ ਗੁਰਪ੍ਰੀਤ ਸਿੰਘ ਜੀ ਜੋ ਕਿ ਪਿਛਲੇ 18 ਤੋਂ 20 ਸਾਲ ਤੋਂ ਮੇਰੇ ਨਾਲ ਇਕੱਠੇ ਰਹੇ ਨੇ, ਅਸੀਂ ਇਕੱਠੇ ਖਾਂਦੇ ਹਾਂ, ਇਕੱਠੇ ਪੀਂਦੇ ਹਾਂ, ਇਕੱਠੇ ਸੌਂਦੇ ਹਾਂ, ਮੇਰੇ ਨਾਲ ਰਹੇ ਨੇ। ਇਹ ਸਾਰੇ ਜਿਹੜੇ ਮੇਰੇ ਭਰਾ ਨੇ, ਇਹ ਸਾਰੇ ਤੁਹਾਨੂੰ ਐਫੀਡੇਵਿਟ ਤਾਂ ਲਿਖ ਕੇ ਦੇ ਸਕਦੇ ਕਿ ਮੈਂ ਜ਼ਿੰਦਗੀ 'ਚ ਕਦੀ ਨਸ਼ੇ ਨੂੰ ਟੱਚ ਨਹੀਂ ਕੀਤਾ। ਛਾਬੜਾ ਜੀ ਜੋ ਇਹ ਗੱਲਾਂ ਕਹਿ ਰਹੇ ਨੇ, ਕਿੰਨੀ ਕੁ ਸੱਚਾਈ ਹੈ? ਜੈ ਸ਼੍ਰੀ ਰਾਮ ਸੌਰਵ ਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮੇਰਾ ਛੋਟਾ ਭਰਾ ਵੀ ਹੈ ਤੇ ਰਾਸ਼ਟਰੀ ਉਪ ਪ੍ਰਧਾਨ ਵੀ ਹੈ। ਮੈਂ ਇਹਨਾਂ ਨੂੰ ਘੱਟੋ ਘੱਟ ਵੀ ਬਹੁਤਾ ਨਹੀਂ ਤੇ 10 ਸਾਲ ਤੋਂ ਜਾਣਦਾ, ਇਹਨੂੰ ਹੀ ਨਹੀਂ ਇਹਨਾਂ ਦੇ ਪੂਰੇ ਪਰਿਵਾਰ ਨੂੰ। ਔਰ ਮੈਂ 100% ਗਰੰਟੀ ਦਿੰਦਾ ਹਾਂ ਵੀ ਸ਼ੁਕਲਾ ਜੀ ਛੱਡ ਕੇ ਸ਼ੁਕਲਾ ਜੀ ਦੇ ਪੂਰੇ ਪਰਿਵਾਰ ਦੀ ਕਿ ਇਹਨਾਂ ਦੇ ਘਰ ਸ਼ਰਾਬ, ਅਫੀਮ, ਨਸ਼ਾ ਕੋਈ ਵੀ ਕਿਸੇ ਤਰ੍ਹਾਂ ਛੱਡ ਕੇ ਆਂਡਾ ਤੱਕ ਵੀ ਯੂਜ਼ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਇੱਥੋਂ ਤੱਕ ਕਿ ਪਿਆਜ਼ ਵੀ ਯੂਜ਼ ਨਹੀਂ ਕਰਦੇ। ਮਤਲਬ ਕਿ ਵੈਸ਼ਨੋ ਕਿਸਮ ਦੇ ਬੰਦੇ ਆ। ਔਰ ਇਹਨਾਂ ਦੇ ਫਾਦਰ ਸਾਹਿਬ ਖੁਦ ਪੁਜਾਰੀ ਸੀਗੇ। ਮਤਲਬ ਬਹੁਤ ਹੀ ਇਹਨਾਂ ਗੱਲਾਂ ਤੋਂ ਦੂਰ ਆ।
ਕਿ ਜਿਹੜੀ ਸਿਵਲ ਹਸਪਤਾਲ ਤੋਂ ਪੋਜ਼ਿਟਿਵ ਆਈ ਆ ਤੇ ਜਿਹੜੀ ਲਾਲ ਪੈਥ ਤੋਂ ਕਰਾਈ ਆ ਉਹ ਨੈਗੇਟਿਵ ਆਈ ਆ, ਤੇ ਮੈਂ ਸਿਵਲ ਹਸਪਤਾਲ ਨੂੰ ਲਾਂਤ ਪਾਉਂਦਾ ਵਾਂ, ਦੁਰ ਫਿੱਟੇ ਲਾਂਤ ਇਹੋ ਜਿਹੇ ਆਪਣਾ CMO ਦੇ SMO ਦੇ ਜਿਨ੍ਹਾਂ ਨੇ ਇਹ ਰਿਪੋਰਟਾਂ ਤਿਆਰ ਕਰਦੇ ਆ। ਰਿਪੋਰਟ ਤਾਂ ਡਾਕਟਰ ਗਰਗ ਨੇ ਤਿਆਰ ਕੀਤੀ ਜੋ ਕਹਿ ਰਹੇ ਆ। ਭਾਈ ਸਾਹਿਬ ਜੇ SMO CMO ਧਿਆਨ ਦੇਣ ਤੇ ਡਾਕਟਰ ਗਰਗ ਦੀ ਕੀ ਜ਼ਰੂਰਤ ਵਾ ਕਿ ਇੱਦਾਂ ਦੀ ਗਲਤ ਰਿਪੋਰਟ ਦੇਵੇ। ਹੁਣ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਮੇਰੇ ਹੁੰਦਿਆਂ ਸਾਡੇ ਕੋਈ ਵੀ ਮੈਂਬਰ ਗਲਤੀ ਕਿੱਦਾਂ ਕਰ ਸਕਦਾ ਵਾ, ਤੁਸੀਂ ਦੱਸ ਸਕਦੇ ਆ। ਮੈਂ ਤਾਂ ਇਹ ਕਹਿਣਾ ਵਾ ਕਿ ਇਹ ਤਾਂ ਰਿਪੋਰਟ ਜਿਹੜੀ ਆ ਡੋਪ ਟੈਸਟ ਦੀ ਜਿਹੜੀ ਆਈ ਆ ਪੋਜ਼ਿਟਿਵ ਆਈ ਆ, ਮੈਂ ਤਾਂ ਹੈਰਾਨ ਆ। ਔਰ ਮੈਂ ਲੋਕਾਂ ਤੋਂ ਇਹ ਗੱਲ ਸੁਣੀ ਸੀਗੀ ਕਿ ਸਿਵਲ ਹਸਪਤਾਲ ਦੇ ਵਿੱਚ ਕਰੋਨਾ ਪੋਜ਼ਿਟਿਵ ਬਾਰ-ਬਾਰ ਆ ਰਿਹਾ ਵਾ, ਬੰਦੇ ਨੈਗੇਟਿਵ ਹੁੰਦੇ ਉਹਨੂੰ ਪੋਜ਼ਿਟਿਵ ਕਰਦੇ ਆ। ਔਰ ਇਹ ਅੱਜ ਪ੍ਰੂਵ ਹੋ ਗਿਆ ਇਹਨਾਂ ਤੋਂ ਕਿ ਮੈਂ ਕਹਿੰਦਾ ਜਿਹੜੇ ਕਰੋਨਾ ਦੇ ਮਰੀਜ਼ ਵਾ, ਮੈਂ ਕਹਿੰਦਾ ਜੀ ਮੈਂ ਆਪਣਾ CM ਸਾਹਿਬ ਨੂੰ ਆਪਣਾ ਕਪੂਰਥਲੇ ਦੇ ਵਿੱਚ DC ਸਾਹਿਬ ਨੂੰ ਆਪਣਾ ਇੱਕ ਮੰਗ ਪੱਤਰ ਦੇਵਾਂਗੇ ਅਸੀਂ ਬਈ ਇਸ ਬੰਦੇ ਦੇ ਨਾਲ ਅਨਿਆਏ ਹੋਇਆ ਵਾ ਤੇ ਇਹਨੂੰ ਨਿਆਂ ਮਿਲੇ, ਤੇ ਜਿਹੜੇ ਆਪਣਾ ਡਾਕਟਰ ਗਰਗ ਨੇ ਜਾਂ ਇਹਨਾਂ ਦੀ ਮਿਲੀ ਭਗਤ ਨੇ ਜੋ ਕਸੂਰ ਕੀਤਾ ਵਾ ਉਹ ਦੋਸ਼ੀਆਂ ਨੂੰ ਸਜ਼ਾ ਮਿਲੇ, ਤੇ ਜਿਹੜੇ ਕਰੋਨਾ ਦਾ ਵੀ ਆ ਉਹਨਾਂ ਦੀ ਵੀ ਇਨਕੁਆਇਰੀ ਕਰੋ, ਕਿਸੇ ਗਰੀਬ ਮਾਰੀ ਨਾ ਜਾਣ। ਹਾਂਜੀ ਵਾਲੀਆ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਜੀਵਨ ਪ੍ਰਕਾਸ਼ ਵਾਲੀਆ, ਮੈਂ ਪੰਜਾਬ ਪ੍ਰਧਾਨ ਵਪਾਰ ਸੈਨਾ ਦਾ। ਮੈਂ ਇਹਨੂੰ ਕੰਮ ਤੋਂ ਕਰਨੀ ਨਾ 10-12 ਸਾਲ ਤੋਂ ਜਾਣਦਾ। ਇਹਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਜੇ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਸ਼ਾਇਦ ਮੈਂ ਮਾਰੀ ਜਾਂਦਾ, ਕਿਉਂਕਿ ਸਮਾਜ ਦੇ ਵਿੱਚ ਬਹੁਤ ਇੱਜ਼ਤ ਆ ਇਹਨਾਂ ਦੀ, ਲੋਕੀ ਬਹੁਤ ਹੀ ਅੱਛੀ ਨਿਗਾਹ ਦੇ ਨਾਲ ਔਰ ਬਹੁਤ ਹੀ ਅੱਛੀ ਤਰ੍ਹਾਂ ਇਹਨਾਂ ਨੂੰ ਬੁਲਾ ਰਹੇ ਆ। ਪਰ ਜਿਹੜਾ ਇਹਨਾਂ ਮੁੰਡੇ ਨਾਲ ਧੱਕਾ ਹੋਇਆ, ਉਹ ਡਾਕਟਰ ਨੇ ਗਲਤ ਰਿਪੋਰਟ ਦਿੱਤੀ ਆ, ਮੈਂ ਚਾਹੁੰਦਾ ਉੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ, ਕਿਉਂ ਕਿ ਗਾਂ ਉਹ ਇਹਨੂੰ ਅਕਲ ਆ ਜਾਵੇ ਵੀ ਜਿਹੜੇ ਬੰਦੇ ਨੂੰ ਕੀ ਕਰਨਾ ਜਾਂ ਕੀ ਨਹੀਂ ਕਰਨਾ। ਮੈਂ ਤਾਂ ਹੱਥ ਜੋੜ ਕੇ ਵੀ ਬੇਨਤੀ ਕਰਦਾ ਪ੍ਰਸ਼ਾਸਨ ਦੇ ਅੱਗੇ ਵੀ ਉਸ ਡਾਕਟਰ ਦੇ ਉੱਤੇ ਜਾਂ ਤਾਂ ਉਹਨੂੰ ਸਸਪੈਂਡ ਕੀਤਾ ਜਾਵੇ ਔਰ ਉੱਤੇ ਕਾਰਵਾਈ ਕੀਤੀ ਜਾਵੇ। ਆਪਣੇ ਵੱਲੋਂ ਤੁਸੀਂ ਕੀ ਕਰੋਗੇ? ਜੇ ਨਾ ਕੀਤਾ ਜੀ ਫਿਰ ਅਸੀਂ ਧਰਨਾ ਲਵਾਂਗੇ ਜੀ। ਇਸ ਟਾਈਮ ਮੈਂ ਸਿਵਲ ਹਸਪੀਟਲ ਕਪੂਰਥਲਾ SMO ਡਾਕਟਰ ਤਾਰਾ ਸਿੰਘ ਜੀ ਕੋ ਆ ਚੁੱਕਾ ਹਾਂ। ਉਹ ਦੱਸਣਗੇ ਇਸ ਬਾਰੇ ਕੀ ਕਰਨਗੇ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੋਨੇ ਰਿਪੋਰਟਾਂ ਮੇਰੇ ਹੱਥ ਵਿੱਚ ਹੈਗੀਆਂ ਇਹਨਾਂ ਦੀਆਂ। ਦੋਨਾਂ ਰਿਪੋਰਟਾਂ ਦੇ ਹਿਸਾਬ ਨਾਲ ਮੈਂ ਦੇਖ ਰਿਹਾ ਹਾਂ ਕਿ ਜਿਹੜਾ ਇੱਕ ਰਿਪੋਰਟ ਦੇ ਵਿੱਚ ਮੋਰਫਿਨ ਪੋਜ਼ਿਟਿਵ ਲਿਖਿਆ ਆ ਰਿਹਾ ਤੇ ਦੂਜੀ ਜਿਹੜੀ ਆ ਲਾਲ ਪੈਥ ਹੈ ਉਹਦੇ 'ਚ ਨੈਗੇਟਿਵ ਆ ਰਿਹਾ ਜੀ। ਜਿਹੜੀ ਪੋਜ਼ਿਟਿਵ ਆ ਉਹ 10 ਤਰੀਕ ਦੀ ਆ, 9ਵੇਂ ਮਹੀਨੇ ਦੀ ਜੀ। ਦੂਸਰੀ ਜਿਹੜੀ ਆ ਇਹ ਹੈਗੀ ਆ 11 ਤਰੀਕ ਦੀ ਆ, 9ਵੇਂ ਮਹੀਨੇ ਦੀ। ਮੈਂ ਇਹ ਦੇਖਦਾ ਕਿਉਂ ਇੱਦਾਂ ਆ ਰਿਹਾ, ਇਹਦੀ ਪੂਰੀ ਪੜਤਾਲ ਕਰੂੰਗਾ ਮੈਂ ਆਪਣੇ ਲੈਵਲ 'ਤੇ। ਮੈਂ ਕਿਸੇ ਅਫਸਰ ਨੂੰ ਨੋਮੀਨੇਟ ਕਰਕੇ ਇਹਦੇ ਦਿਖਾਉਂਦੇ ਆ ਕਿ ਇਹਦੇ ਯੂਰਿਨ ਦੇ ਵਿੱਚ ਕਿਉਂ ਇੱਦਾਂ। ਇਹਦਾ ਬੇਸਿਕਲੀ ਯੂਰਿਨ ਟੈਸਟ ਹੁੰਦਾ ਇਹਦੇ 'ਚ, ਯੂਰਿਨ ਦੇ ਵਿੱਚੋਂ ਪਤਾ ਲੱਗਦਾ ਹੁੰਦਾ ਜੇ ਬੰਦੇ ਦੇ ਵਿੱਚ ਕਿਉਂ ਆ ਰਿਹਾ, ਕਿਸੇ ਹੋਰ ਕਾਰਨ ਕਰਕੇ ਆ ਰਿਹਾ, ਕਿਉਂ ਆ ਰਿਹਾ, ਇਹ ਦੇਖਦੇ ਆ। ਪੂਰੀ ਤਰ੍ਹਾਂ ਇਨਕੁਆਇਰੀ ਕਰੂੰਗਾ। ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਇੱਥੇ। ਜੇ ਕੋਈ ਗੋਰਖ ਧੰਦਾ ਟਾਈਪ ਦੀ ਕੋਈ ਇੱਦਾਂ ਦੀ ਜਿੱਦਾਂ ਦੀ ਚੀਜ਼ ਇਹਨਾਂ ਨੇ ਕਹੀ ਹੋ ਰਹੀ ਆ, ਉਹਨੂੰ ਪੂਰੀ ਤਰ੍ਹਾਂ ਨਾਲ ਨਕੇਲ ਪਾਈ ਜਾਊਗੀ। ਸਰ ਜਿਸ ਤਰੀਕੇ ਨਾਲ ਹੁਣ ਇਹਦੀ ਪੋਜ਼ਿਟਿਵ ਰਿਪੋਰਟ ਆ ਗਈ ਆ, ਗਲਤ ਪੋਜ਼ਿਟਿਵ ਰਿਪੋਰਟ ਇਹਨਾਂ ਨੇ ਕੱਢੀ ਆ, ਇਹ ਜੋ ਦੀਵਾਰ ਤੋਂ ਇਹਨਾਂ ਨੇ ਗੱਲ ਕੀਤੀ ਹੈ, ਜੋ ਇਹਨਾਂ ਨੇ ਦੱਸਿਆ ਕਿ ਦੀਵਾਰ ਤੋਂ ਪੈਸੇ ਮੰਗ ਰਹੇ ਸੀਗੇ, ਫੀਸ ਮੰਗ ਰਹੇ। ਹੁਣ ਇੱਕ ਆਮ ਬੰਦਾ ਕਿੱਥੋਂ ਪੈਸੇ ਦੇ ਦੇਗਾ ਬਾਰ-ਬਾਰ? ਨਹੀਂ, ਇਹਨਾਂ ਦੀ ਆਪਾਂ ਦੁਬਾਰਾ ਰਿਪੋਰਟ ਕਰਾ ਦਾਂਗੇ, ਕੋਈ ਗੱਲ ਨਹੀਂ। ਇਹਦੇ ਫੀਸ ਦੀ ਆਪਾਂ ਲੋੜ ਨਹੀਂ ਹੈਗੀ। ਪਹਿਲੀ ਫੀਸ ਦੇ ਉੱਤੇ ਹੀ ਇਹਨਾਂ ਨੂੰ ਰੀਚੈੱਕ ਕਰਵਾ ਦਾਂਗੇ, ਕਨਫਰਮੇਟਰੀ ਹੋ ਜਾਏਗਾ। ਜ਼ਿਆਦਾ ਵੀ ਆਪਾਂ ਸਾਈਕੈਟਰਿਸਟ ਦੀ ਆਪਾਂ ਹੈਲਪ ਲਈ ਲੈ ਲਾਂਗੇ। ਸਾਈਕੈਟਰਿਸਟ ਜਿਹੜੇ ਸਾਡੇ ਹੈਗੇ ਆ ਉਹ ਇਸ ਚੀਜ਼ਾਂ ਦੇ ਮਾਹਰ ਹੈਗੇ ਆ, ਉਹਨਾਂ ਤੋਂ ਵਿਊ ਵੀ ਲੈ ਲਾਂਗੇ ਉਹਨਾਂ ਦੇ। ਸੈਨਾ ਹਿੰਦ ਵਪਾਰ ਸ਼ਾਖਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਅਨਿਲ ਸ਼ੁਕਲਾ ਜੀ ਵੱਲੋਂ ਡੋਪ ਟੈਸਟ ਕਰਾਇਆ ਗਿਆ ਸੀਗਾ ਸਿਵਲ ਹਸਪੀਟਲ ਦੇ ਵਿੱਚ ਕਪੂਰਥਲਾ, ਤੇ ਡੋਪ ਟੈਸਟ ਜਿਹੜਾ ਉਹਦੇ ਵਿੱਚ ਇਹਨਾਂ ਦੀ ਪੋਜ਼ਿਟਿਵ ਰਿਪੋਰਟ ਸ਼ੋ ਕੀਤੀ ਗਈ ਹੈ ਮੋਰਫਿਨ ਦੀ, ਜਦ ਕਿ ਅਨਿਲ ਸ਼ੁਕਲਾ ਜੀ ਦਾ ਕਹਿਣਾ ਹੈ ਕਿ ਉਹ ਅੱਜ ਤੱਕ ਕਦੀ ਵੀ ਕੋਈ ਵੀ ਅਜਿਹੀ ਜਿਹਦੇ 'ਚ ਮੋਰਫਿਨ ਪੈਂਦਾ ਹੋਏ ਕੋਈ ਪਦਾਰਥ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਗਈ। ਤੇ ਇਹਨਾਂ ਦੇ ਮੁਤਾਬਕ ਜਿਸ ਦਿਨ ਸਿਵਲ ਹਸਪੀਟਲ ਤੋਂ ਇਹਨਾਂ ਨੇ ਕਰਾਇਆ ਤੇ ਇੱਕਦਮ ਪੁਚੱਕੇ ਹੋ ਗਏ ਕਿ ਇਹਨਾਂ ਨੇ ਅਗਲੇ ਦਿਨ ਫਿਰ ਜਦ ਲਾਲ ਪੈਥ ਦੇ ਵਿੱਚ ਕਰਾਇਆ ਤੇ ਉਹਦੇ 'ਚ ਦੱਸ ਰਹੇ ਨੇ ਕਿ ਉਹ ਨੈਗੇਟਿਵ ਆਇਆ। ਤੇ ਮੇਰੇ ਕੋਲ ਜਿਹੜਾ ਮੰਗ ਪੱਤਰ ਆਇਆ ਇਹਨੂੰ ਮੈਂ ਸਿੱਧਾ ਸਿਵਲ ਸਰਜਨ ਸਾਹਿਬ ਨੂੰ ਮਾਰਕ ਕਰ ਰਿਹਾ ਤੇ ਵਿਦੇ ਡਾਇਰੈਕਸ਼ਨ ਕਿ ਜਿਹੜਾ ਫੈਕਟ ਫਾਈਂਡਿੰਗ ਜਿਹੜੀ ਹੈ ਰਿਪੋਰਟ ਚਾਹੀਦੀ ਹੈ ਕਿ ਇਹ ਜੇ ਲੈਬ ਪਹਿਲਾਂ ਰਿਪੋਰਟ ਸਹੀ ਹੈ ਜਾਂ ਗਲਤ ਹੈ। ਜੇ ਰਿਪੋਰਟ ਗਲਤ ਹੈ ਤੇ ਅਲਟੀਮੇਟਲੀ ਕਿਹੜੇ ਪੁਆਇੰਟ 'ਤੇ ਜਿਹੜਾ ਹੈ ਉਹ ਗਲਤੀ ਹੋਈ ਹੈ, ਕਿਵੇਂ ਗਲਤੀ ਹੋਈ ਹੈ। ਸੋ ਇਹਦੇ 'ਤੇ ਡਿਊ ਐਕਸ਼ਨ ਜਿਹੜਾ ਐਡਮਿਨਿਸਟ੍ਰੇਟਿਵਲੀ ਜੋ ਲੈਣਾ ਹੁੰਦਾ ਉਹ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਲਿਆ ਜਾਏਗਾ। ਧੰਨਵਾਦ। ਹੈਲੋ, ਹਾਂਜੀ ਗੁੱਡ ਆਫਟਰਨੂਨ ਸਰ। ਹਾਂਜੀ ਡਾਕਟਰ ਪਰਿਤੋਸ਼ ਗਰਗ ਜੀ ਬੋਲਦੇ? ਹਾਂਜੀ
ਹਾਂਜੀ ਸਰ, ਮੈਂ ਸੌਰਵ ਮੜੀਆ ਬੋਲ ਰਿਹਾ, ਐਕਟ 19 ਨਿਊਜ਼ ਟੀਵੀ ਤੋਂ। ਡੋਪ ਟੈਸਟ ਕਰਾਉਣ ਲਈ ਕੋਈ ਬੰਦਾ ਆਇਆ ਸੀਗਾ, ਅਨਿਲ ਸ਼ੁਕਲਾ, ਤੇ ਉਹਨਾਂ ਨੇ ਤੁਸੀਂ ਉਹਨਾਂ ਨੂੰ ਯਾਨੀ ਕਿ ਉਹਨਾਂ ਦਾ ਕੱਢਿਆ ਪੋਜ਼ਿਟਿਵ, ਜਦ ਕਿ ਉਹ ਪੋਜ਼ਿਟਿਵ ਤਾਂ ਹੈ ਨਹੀਂ। ਉਹਨਾਂ ਡਾਕਟਰ ਲਾਲ ਪੈਥ ਤੋਂ ਵੀ ਚੈੱਕ कराया तो वो नेगेटिव रिपोर्ट आई ਉਹਨਾਂ ਦੀ। ये तो भी डेली चेंज होता है। तो अब जैसे क्या कहते हैं कितने दिन बाद कराया है ना, इसकी तो सेंसिटिविटी आर्ट के हिसाब से होती है। बट सर उन्होंने उसी दिन अगले दिन ही कराया था, अगले दिन ही करा लिया था उन्होंने टेस्ट। मैं तो कह रहा हूँ उसकी सेंसिटिव हमें तो जो देखो जी गवर्नमेंट किट है 10 का वो आपसे कराया, तो 11 को उन्होंने डॉक्टर लाल पैथ से चेक कराया। वो अलग दिन की है ना जी। नाले हमारी तो जो गवर्नमेंट किट है, जो हमें गवर्नमेंट किट में रिजल्ट देना है, जी हमने तो आगे वही देना है ना जी। जी ऐसे कईयों के आते हैं, क्या कहते हैं, जैसे बाई चांस कोई मेडिसिन खा ली या कुछ है ना जी, क्या कहते हैं पेन किलर वगैरह जैसे होती हैं, कईयों में होता है कोई स्ट्रॉन्ग पेन किलर वगैरह बाई चांस, जी तो ये बाद में रिपीट में क्या कहते हैं हफ्ते 10 दिन बाद जैसे कराते हैं नेगेटिव लगी। जी। बट सर एक्चुअली तो डायनामिक टेस्ट है, ये तो ऐसे फिक्स वैल्यू नहीं है कि ताऊ उम्र वही रहनी है। जी। हाँ, पर ऐसी कोई बात नहीं है। उन्होंने ना क्या कहते हैं रिपीट करा लेंगे वो कोई issue नहीं। जी, तो देखिए आपने कहा है जो उनको सर्टिफिकेट दिया है पॉजिटिव को, उस पर SMO का सिग्नेचर भी नहीं है। इन्होंने कराए नहीं होंगे जी, हम रिपोर्ट हैंड ओवर कर देते हैं कि आप SMO साहब से इसको साइन करवा लें। ओके, तो मैं भी गया था डॉक्टर साहब के पास, SMO तारा सिंह के पास। हाँ तो उन्होंने मुझे कहा कि मेरे पास तो साइन होने के लिए डॉक्टर ने कोई पेपर नहीं भेजा, और जब आपका जो सर्टिफिकेट देखा उन्होंने, तो ये कहते डॉक्टर की ड्यूटी थी, उनको मुझसे साइन करवाने चाहिए थे। नहीं, ऐसा कुछ नहीं जी, रूटीन प्रैक्टिस आज भी करे हैं हम, साइन करके पेशेंट के हाथ में रिपोर्ट दे देते हैं कि आप सर से साइन करा लो, तो जो है जल्दी हो जाता है। नहीं तो जैसे क्या कहते हैं वहाँ पे हम रखेंगे, फिर हमारा लड़का सबके इकट्ठे ही साइन कराएगा ना, नहीं तो जैसे लोगों को जल्दी होती है कि जल्दी जाना है या कुछ है, तो क्या कहते हैं वहाँ ढूंढते हैं कि जो सर का क्लास 4 है नविंदर, कि उसके पास ले जाओ, वो अंदर सर से साइन करा देंगे। तो वो हैं शिवसेना के हैं, सारे शिव सैनिक इकट्ठे हुए थे। तो उन्होंने मुझे जब अपना जो भी बयान दिया, तो वर्जन दिया, तो उन्होंने कहा है कि आपकी कोई प्राइवेट लेबॉर्ट्री भी है जो बाहर आपकी है गुरुद्वारा के सामने। मेरी तो नहीं है जी, मेरी फैमिली की जरूर है। और वो कह रहे हैं कि आप वहाँ पर बैठते हैं, वो जो भी डीलिंग होती है कहते हैं डॉक्टर साहब यहीं पर आके डील करते हैं। आपकी कोई केमिस्ट शॉप भी है, वो तो आपके चलो भी फादर साहब बैठते हैं उन पर। इन सब चीज़ों का तो भी कोई लेना देना है नहीं है, ठीक है ना जी। उस दिन इन्होंने प्रेशराइज काफ़ी करा, तो हमने इनको कहा आप कोई नहीं, 1 हफ्ते का गैप डालना होता, आप आ जाइए, कोई मेडिसिन वगैरह गलती से खा लिया तो कोई बड़ा इशू नहीं है, आपके चीज पर कोई असर नहीं आएगा, आप रिपीट करा लीजिएगा, आपका हो जाएगा। एक ना जैसे मैं और चलो आपसे कोई मेडिकल सुझाव ले रहा हूँ, जैसे डॉक्टर लाल पैथ ने लिखा हुआ कि मेडिकल साइंस कह रही है कि 3 दिन तक इसका असर होता है, ठीक है जी, जो भी नशा किया हो बंदे ने। ये ना जी हाँ, नशा आप इसको क्यों कह रहे हैं, ये मेडिसिन में भी होता है जी, कफ सिरप वगैरह में भी होता है। हम इससे ये थोड़ी लेबल कर रहे हैं कि क्या कहते हैं एडिक्ट है बंदा, बिल्कुल नहीं। समझ रहे हैं बात मेरी? यानी कि आपको कहने का मतलब अगर किसी ने मेडिसिन भी ली हो तो गलती से भी आ जाता है, जैसे कई स्ट्रॉन्ग पेन किलर हैं, कोई कफ सिरप फॉर्मुलेशन है, कोई होम्योपैथिक फॉर्मुलेशन है, उनमें चीजें डलती हैं ये। अब सर ऐसा है कि जैसे उन्होंने आपसे करवाया, टेस्ट करवाया, 1500 फीस भी दी, अब वो फिर से करवाएंगे, फिर से फीस देनी पड़ेगी, फिर आम बंदा क्या करेगा, बार बार फीस देनी पड़ेगी जब। देखो जी, लाइसेंस आम बंदा तो वैसे ही कोई नहीं लेता जी, गन लाइसेंस होगा ना इनके पास। जी जी। ये ऐसे ही इनको उस दिन भी एडवाइस करा कि 4-5 दिन पानी पीनी खुला पियो, निकल जाता है जो कुछ भी हो ब्लड में से, जी यूरिन के रास्ते से, जी, उसके बाद आप करवा लेना, हो जाएगा जी। तो अब ये जैसे मेंटली बड़े परेशान हुए हैं, मेरे पास आए। मेंटली कोई परेशान होने की कहना जरूरत ही नहीं है। हमने कहीं पे भी वो वेरवा ही नहीं देना कि इनकी पहले रिपोर्ट पॉजिटिव आई है, ओके, वो हम नहीं देंगे। ठीक है।
ठीक है ना जी। ओके पर ये कहना क्या कहते हैं, अगर ये अनफेयर प्रैक्टिसेस ऐसे करेंगे तो वो तो अच्छी बात नहीं है ना जी। ठीक है सर, क्योंकि मैंने ना न्यूज़ लगाने से पहले पहले सबसे पहले आपसे बात करना उचित समझा और साथ में आपके एसएमओ साहब। आप उनको थोड़ा सा समझाइए कि ना क्या कहते हैं, ऐसे बैड पब्लिसिटी जानबूझ के करने की कोई बात नहीं होती है। मैं मैं एडीसी कहना डीसी टेंशन के की पास कोई जाना बात है। नहीं। एक काल एडीसी साहब भी मेरे को बड़े अच्छे से जानते हैं, चाचा जी जी, जी ठीक है ना जी। डिस्ट्रिक्ट में एडमिनिस्ट्रेशन को इतना मेरा पता है कि मैं तो फेयर ही काम करता हूँ। जी 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 ठीक है सर, बहुत बहुत शुक्रिया, आपने कीमती समय दिया अपना और सारा स्पष्टीकरण दिया। थैंक यू। मैं सौरभ मड़िया, 19 न्यूज़ टीवी ਨਾਲ ਮਨਜੀਤ ਕੌਰ।